ਇਤਿਹਾਸ ਕਿਸੇ ਨੂੰ ਸ਼ਰਬਤ ਵਰਗਾ ਮਿੱਠਾ ਤੇ ਕਿਸੇ ਨੂੰ ਬਕਬਕਾ ਜਿਹਾ ਲੱਗਦਾ ਹੈ। ਕਈਆਂ ਨੂੰ ਇਹ ਲੱਗਦਾ ਕਿ ਇਤਿਹਾਸ ਕਿਉਂ ਪੜ੍ਹਿਆ ਜਾਵੇ, ਇਹਦੀ ਪੜ੍ਹਨ ਦੀ ਲੋੜ ਕੀ ਹੈ। ਜਿਹੜਾ ਸਮਾਂ ਬੀਤ ਗਿਆ ਉਹਦੇ ਚੋਂ ਆਪਾਂ ਹੁਣ ਕੀ ਲੈਣਾ ਹੈ, ਉਹ ਤਾਂ ਸਮਾਂ ਲੰਘ ਚੁੱਕਿਆ। ਪਰ ਗੱਲ ਇਹ ਹੈ ਕਿ ਸਾਡਾ ਬਚਪਨ ਵੀ ਤਾਂ ਲੰਘ ਹੀ ਚੁੱਕਿਆ ਤੇ ਜਿਹੜੇ ਸਾਡੇ ਚੋਂ ਬਜ਼ੁਰਗ ਹੋ ਗਏ ਹੈ ਉਹਨਾਂ ਦੀ ਜਵਾਨੀ ਵੀ ਤਾਂ ਲੰਘ ਹੀ ਚੁੱਕੀ ਹੈ। ਜੇਕਰ ਅਸੀਂ ਆਪਣੇ ਬਚਪਨ ਜਾਂ ਆਪਣੀ ਜਵਾਨੀ ਨੂੰ ਵਾਰੀ-ਵਾਰੀ ਯਾਦ ਕਰਦੇ ਹਾਂ, ਅਸੀਂ ਉਹਨੂੰ ਛੱਡ ਨਹੀਂ ਸਕਦੇ, ਅਸੀਂ ਉਹਨੂੰ ਭੁੱਲ ਨਹੀਂ ਸਕਦੇ, ਤਾਂ ਇਤਿਹਾਸ ਨੂੰ ਕਿਵੇਂ ਭੁੱਲਿਆ ਜਾ ਸਕਦਾ। ਗੱਲ ਸਿਰਫ ਇਹ ਹੈ ਕਿ ਅਸੀਂ ਇਤਿਹਾਸ ਨੂੰ ਆਪਣਾ ਬਣਾ ਕੇ ਸਮਝੀਏ, ਜਦੋਂ ਕਿ ਆਮ ਤੌਰ 'ਤੇ ਅਸੀਂ ਇਤਿਹਾਸ ਨੂੰ ਬੇਗਾਨਾ ਸਮਝ ਕੇ ਪੜ੍ਹਦੇ ਹਾਂ। ਅਸੀਂ ਇਤਿਹਾਸ ਨੂੰ ਰਾਜੇ ਰਾਣੀਆਂ ਦਾ ਇਤਿਹਾਸ ਸਮਝ ਕੇ ਪੜ੍ਹਦੇ ਹਾਂ ਵੀ ਸ਼ਾਇਦ ਇਹ ਕਿਸੇ ਹੋਰ ਦਾ ਇਤਿਹਾਸ ਹੈ। ਨਹੀਂ, ਉਹ ਸਾਡਾ ਇਤਿਹਾਸ ਹੈ, ਸਾਡੀ ਧਰਤੀ ਦਾ ਇਤਿਹਾਸ ਹੈ। ਜਿਹੜੀ ਥਾਂ 'ਤੇ ਅਸੀਂ ਰਹਿੰਦੇ ਹਾਂ, ਇਸੇ ਧਰਤੀ ਦਾ, ਇਸੇ ਹਵਾ ਦਾ, ਇਸੇ ਪਾਣੀ ਦਾ ਇਤਿਹਾਸ ਹੈ, ਉਹ ਕੋਈ ਹੋਰ ਨਹੀਂ ਹੈ। ਅਤੇ ਜੇਕਰ ਅਸੀਂ ਉਹਨੂੰ ਆਪਣਾ ਬਣਾ ਕੇ ਚੱਲਾਂਗੇ ਤਾਂ ਸਾਨੂੰ ਵਧੀਆ ਲੱਗਣਾ ਹੀ ਲੱਗਣਾ। ਜਿਵੇਂ ਕਿ ਆਪਾਂ ਬਚਪਨ ਦੀ ਗੱਲ ਕੀਤੀ ਹੈ, ਤਾਂ ਬਚਪਨ ਵਾਲੇ ਗੀਤ ਸਭ ਤੋਂ ਜ਼ਿਆਦਾ ਹਿੱਟ ਹੁੰਦੇ ਆ, ਕਿਉਂਕਿ ਉਹਨਾਂ ਨੂੰ ਜਵਾਨ ਵੀ ਸੁਣਦੇ ਆ, ਬਜ਼ੁਰਗ ਵੀ ਸੁਣਦੇ ਆ, ਸਾਰੇ ਸੁਣਦੇ ਆ। ਇਸੇ ਤਰ੍ਹਾਂ ਜਵਾਨੀ ਵਾਲੇ ਗੀਤ ਵੀ ਬਹੁਤ ਜ਼ਿਆਦਾ ਹਿੱਟ ਹੁੰਦੇ ਆ। ਕਿਉਂਕਿ ਉਹ ਸਾਡਾ ਇਤਿਹਾਸ ਹੈ, ਉਹ ਸਾਡਾ ਬੀਤਿਆ ਹੋਇਆ ਸਮਾਂ ਹੈ, ਅਸੀਂ ਉਹਨੂੰ ਭੁੱਲ ਨਹੀਂ ਸਕਦੇ। ਇਸੇ ਤਰ੍ਹਾਂ ਇਸ ਧਰਤੀ ਦਾ ਵੀ ਇੱਕ ਬਚਪਨ ਹੈ, ਇਨਸਾਨ ਦਾ ਵੀ ਇੱਕ ਬਚਪਨ ਹੈ। ਜਦੋਂ ਇਨਸਾਨ ਸ਼ੁਰੂ ਹੋਇਆ ਸੀ, ਹੌਲੀ ਹੌਲੀ ਉਹਨੇ ਕਿਵੇਂ ਤਰੱਕੀ ਕੀਤੀ, ਕਿਵੇਂ ਇੱਥੋਂ ਤੱਕ ਪਹੁੰਚਿਆ, ਇਹ ਸਾਰਾ ਇਤਿਹਾਸ ਹੈ। ਇਹ ਸਾਡਾ ਆਪਣਾ ਇਤਿਹਾਸ ਹੈ, ਕਿਸੇ ਹੋਰ ਦਾ ਨਹੀਂ ਹੈ। ਜੇ ਤੁਸੀਂ ਕਿਸਾਨ ਹੋ ਤਾਂ ਜਿਹੜੀ ਜ਼ਮੀਨ ਤੁਸੀਂ ਵਾਹ ਰਹੇ ਹੋ, ਜਿਹੜੀ ਜ਼ਮੀਨ ਵਿੱਚ ਤੁਸੀਂ ਫਸਲ ਬੀਜਦੇ ਹੋ, ਕੀ ਉਹ ਹਮੇਸ਼ਾ ਲਈ ਤੁਹਾਡੀ ਹੀ ਸੀ? ਤੁਹਾਡੇ ਤੋਂ ਪਹਿਲਾਂ ਉਹ ਕਿਸ ਕਿਸ ਕੋਲ ਰਹੀ? ਕਿਹੜੇ ਲੋਕਾਂ ਕੋਲ, ਕਿਹੜੇ ਕਿਸਾਨਾਂ ਨੇ ਉਸ ਜ਼ਮੀਨ ਨੂੰ ਵਾਹਿਆ ਹੋਏਗਾ? ਕਿਹੜੇ ਜ਼ਗੀਰਦਾਰਾਂ ਦਾ ਉੱਥੇ ਕਬਜ਼ਾ ਰਿਹਾ ਹੋਏਗਾ? ਕਿਹੜੇ ਕਿਹੜੇ ਨਵਾਬ ਉਹਨੂੰ ਵਾਹੁੰਦੇ ਰਹੇ ਹੋਣਗੇ? ਕਿਹੜੇ ਕਿਹੜੇ ਰਾਜੇ ਉਹਦੇ ਮਾਲਕ ਰਹੇ ਹੋਣਗੇ ਤੇ ਉਹਨਾਂ ਰਾਜਿਆਂ ਦੇ ਅੱਗੇ ਗੁਲਾਮ ਉਸ ਜ਼ਮੀਨ ਨੂੰ ਵਾਹੁੰਦੇ ਰਹੇ ਹੋਣਗੇ? ਕੀ ਅਸੀਂ ਕਦੇ ਜਾ ਕੇ ਪਟਵਾਰੀਆਂ ਦੇ ਰਜਿਸਟਰ ਫਰੋਲਦੇ ਹਾਂ ਕਿ ਜਿਹੜੀ ਜ਼ਮੀਨ ਸਾਡੀ ਹੈ ਉਹ ਪਹਿਲਾਂ ਕਿਸ ਕਿਸ ਦੀ ਸੀ? ਤਾਂ ਇਤਿਹਾਸ ਸਾਨੂੰ ਦੱਸਦਾ ਹੈ ਕਿ ਜਿਹੜੀ ਚੀਜ਼ ਅੱਜ ਤੁਹਾਡੀ ਹੈ ਪਹਿਲਾਂ ਕਿਸੇ ਹੋਰ ਦੀ ਸੀ, ਅੱਜ ਤੁਹਾਡੀ ਹੈ ਕੱਲ੍ਹ ਕਿਸੇ ਹੋਰ ਦੀ ਹੋ ਜਾਣੀ ਹੈ। ਇਹ ਸੰਸਾਰ ਛਿਣ ਭੰਗਰ ਹੈ। ਤਾਂ ਇਤਿਹਾਸ ਸਾਨੂੰ ਆਪਣੀ ਔਕਾਤ ਵਿੱਚ ਰਹਿਣ ਦਾ ਵੱਲ ਵੀ ਸਿਖਾਉਂਦਾ ਹੈ। ਇਤਿਹਾਸ ਸਾਨੂੰ ਦੱਸਦਾ ਹੈ ਕਿ ਜਿਹੜਾ ਤੁਹਾਡਾ ਪਿੰਡ ਹੈ, ਜਿਹੜਾ ਤੁਹਾਡਾ ਸ਼ਹਿਰ ਹੈ, ਜਿਹੜਾ ਤੁਹਾਡਾ ਘਰ ਹੈ, ਜਿੱਥੇ ਤੁਸੀਂ ਰਹਿ ਰਹੇ ਹੋ, ਕਦੇ ਇੱਥੇ ਕੋਈ ਹੋਰ ਰਹਿੰਦਾ ਸੀ, ਉਹ ਆ ਕੇ ਚਲੇ ਗਏ, ਚਲੇ ਆਪਾਂ ਵੀ ਜਾਣਾ, ਕਿਸੇ ਹੋਰ ਨੇ ਆ ਜਾਣਾ। ਪਰ ਸਾਡੀ ਸਮੱਸਿਆ ਕੀ ਹੁੰਦੀ ਹੈ ਕਿ ਅਸੀਂ ਆਮ ਤੌਰ 'ਤੇ ਇਤਿਹਾਸ ਨੂੰ ਰਾਜੇ ਰਾਣੀਆਂ ਦਾ ਇਤਿਹਾਸ ਸਮਝ ਬੈਠਦੇ ਹਾਂ। ਸਾਨੂੰ ਲੱਗਦਾ ਹੈ ਕਿ ਇਤਿਹਾਸ ਉਹੀ ਹੈ ਜਿਹੜਾ ਸਾਨੂੰ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ। ਕਿਸੇ ਰਾਜੇ ਨੇ ਦੂਜੇ ਰਾਜੇ ਨੂੰ ਜਿੱਤ ਲਿਆ, ਕੋਈ ਰਾਜਾ ਦੂਜੇ ਰਾਜੇ ਤੋਂ ਹਾਰ ਗਿਆ, ਕਿਸੇ ਰਾਜੇ ਨੇ ਦੂਜੇ ਰਾਜੇ ਨੂੰ ਮਾਰ ਦਿੱਤਾ, ਉਹਦੀਆਂ ਰਾਣੀਆਂ ਨੂੰ ਆਪਣੀਆਂ ਗੁਲਾਮ ਬਣਾ ਲਿਆ। ਅਸੀਂ ਇਤਿਹਾਸ ਇਸੇ ਨੂੰ ਹੀ ਸਮਝਦੇ ਹਾਂ, ਪਰ ਨਹੀਂ, ਇਤਿਹਾਸ ਬਹੁਤ ਕੁਝ ਹੋਰ ਹੈ। ਇਤਿਹਾਸ ਇਹ ਹੈ ਕਿ ਅੱਜ ਤੋਂ ਪਹਿਲਾਂ ਇਨਸਾਨ ਕਿਵੇਂ ਜ਼ਿੰਦਗੀ ਜਿਉਂਦਾ ਸੀ, ਉਹਦਾ ਰਹਿਣ ਸਹਿਣ ਕਿਹੋ ਜਿਹਾ ਸੀ, ਉਹ ਕੀ ਖਾਂਦਾ ਪੀਂਦਾ ਸੀ, ਕਿਹੋ ਜਿਹੇ ਕੱਪੜੇ ਪਹਿਨਦਾ ਸੀ, ਕਿਹੋ ਜਿਹੇ ਰੀਤੀ ਰਿਵਾਜ ਸੀ, ਕਿਸ ਤਰ੍ਹਾਂ ਵਿਆਹ ਕਰਦੇ ਸੀ, ਵਿਆਹਾਂ ਦੇ ਕੀ ਰਿਵਾਜ ਸੀ, ਵਿਆਹ ਇੱਕ ਹੁੰਦੇ ਸੀ ਜਾਂ ਇੱਕ ਤੋਂ ਵੱਧ ਹੁੰਦੇ ਸੀ, ਵਿਆਹ ਕਿੰਨੀ ਉਮਰ ਵਿੱਚ ਹੁੰਦੇ ਸੀ, ਔਰਤਾਂ ਦੀ ਹਾਲਤ ਕੀ ਸੀ, ਬੱਚਿਆਂ ਦੀ ਹਾਲਤ ਕੀ ਸੀ, ਉਸ ਜ਼ਮਾਨੇ ਦੇ ਬਜ਼ੁਰਗਾਂ ਦਾ ਸਤਿਕਾਰ ਕਿੰਨਾ ਕੁ ਸੀ, ਸਾਡੇ ਤੋਂ ਪਹਿਲਾਂ ਬੀਤ ਗਏ ਜ਼ਮਾਨੇ ਦੀ ਆਰਥਿਕਤਾ ਕਿਹੋ ਜਿਹੀ ਸੀ, ਕਿਹੜੀਆਂ ਫਸਲਾਂ ਬੀਜਦੇ ਸੀ ਤੇ ਕਿਹੜੀਆਂ ਫਸਲਾਂ ਦਾ ਉਹਨਾਂ ਨੇ ਨਾਂ ਤੱਕ ਨਹੀਂ ਸੀ ਸੁਣਿਆ ਹੁੰਦਾ। ਇਹ ਸਾਰਾ ਵੀ ਇਤਿਹਾਸ ਹੈ। ਅਸਲ ਵਿੱਚ ਇਤਿਹਾਸ ਦੇ ਬੋਰਿੰਗ ਲੱਗਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਅਸੀਂ ਇਤਿਹਾਸ ਨੂੰ ਬੇਗਾਨਾ ਸਮਝ ਕੇ ਚੱਲਦੇ ਹਾਂ। ਜੇਕਰ ਅਸੀਂ ਇਹਨੂੰ ਆਪਣਾ ਸਮਝ ਗਏ ਤਾਂ ਇਹ ਸਾਨੂੰ ਬੋਰਿੰਗ ਲੱਗ ਹੀ ਨਹੀਂ ਸਕਦਾ। ਜਿਵੇਂ ਕਿ ਮੈਂ ਤੁਹਾਨੂੰ ਇੱਕ ਇਹਦੀ ਮਿਸਾਲ ਦਿੰਦਾ, ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ। ਜਿਵੇਂ ਕਿ ਆਪਾਂ ਪੜ੍ਹਦੇ ਹਾਂ ਹੜੱਪਾ ਸੱਭਿਅਤਾ, ਸਿੰਧੂ ਘਾਟੀ ਦੀ ਸੱਭਿਅਤਾ, ਇੰਡਸ ਵੈਲੀ। ਤਾਂ ਜਦੋਂ ਤੁਸੀਂ ਇੰਡਸ ਵੈਲੀ ਨੂੰ ਪੜ੍ਹਦੇ ਹੋ, ਹੜੱਪਾ ਸੱਭਿਅਤਾ ਨੂੰ ਪੜ੍ਹਦੇ ਹੋ ਤੁਸੀਂ, ਅਸੀਂ ਸੋਚਦੇ ਹਾਂ ਪਤਾ ਨਹੀਂ ਕਿਹੜੀ ਥਾਂ ਹੈ, ਕਿੱਥੋਂ ਦੀ ਗੱਲ ਹੈ, ਕਿਹੜਾ ਹੜੱਪਾ, ਕੌਣ, ਕਿੱਥੇ, ਅਸੀਂ ਕੀ ਲੈਣਾ, ਅਸੀਂ ਅਕਸਰ ਇਹ ਸੋਚਦੇ ਹਾਂ। ਪਰ ਜੇਕਰ ਤੁਹਾਨੂੰ ਇਹ ਦੱਸ ਦਿੱਤਾ ਜਾਵੇ ਕਿ ਹੜੱਪਾ ਕੋਈ ਹੋਰ ਨਹੀਂ, ਹੜੱਪਾ ਕਿਤੇ ਹੋਰ ਨਹੀਂ, ਹੜੱਪਾ ਤਾਂ ਤੁਹਾਡੇ ਆਪਣੇ ਕੋਲ ਹੈ, ਜਿੱਥੇ ਤੁਸੀਂ ਰਹਿ ਰਹੇ ਹੋ ਉਹੀ ਹੜੱਪਾ ਹੈ। ਕਿਵੇਂ, ਮੈਂ ਤੁਹਾਨੂੰ ਦੱਸਦਾ। ਮੈਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਰਹਿਣਾ, ਸਾਡੇ ਪਿੰਡ ਤੋਂ ਜਿੰਨੀ ਦੂਰ ਬਠਿੰਡਾ ਹੈ ਉਨੀ ਕੁ ਦੂਰ ਹੀ ਹੜੱਪਾ ਹੈ, ਤਕਰੀਬਨ 100-110 ਕਿਲੋਮੀਟਰ। ਤਾਂ ਜੇਕਰ ਮੈਂ ਪੂਰਬ ਵੱਲ ਨੂੰ ਜਾਵਾਂ ਤਾਂ ਮੈਂ ਬਠਿੰਡੇ ਪਹੁੰਚ ਜਾਊਂਗਾ, ਅਤੇ ਜੇਕਰ ਮੈਂ ਪੱਛਮ ਵੱਲ ਨੂੰ ਚੱਲ ਪਾਂ ਤਾਂ ਮੈਂ ਹੜੱਪਾ ਵਿੱਚ ਪਹੁੰਚ ਜਾਊਂਗਾ। ਅਤੇ ਜੇ ਬਠਿੰਡਾ ਮੇਰਾ ਆਪਣਾ ਹੈ ਤਾਂ ਹੜੱਪਾ ਬੇਗਾਨਾ ਕਿਵੇਂ ਹੋ ਗਿਆ? ਹੜੱਪਾ ਵੀ ਸਾਡਾ ਹੀ ਹੈ। ਫਰਕ ਸਿਰਫ ਇੰਨਾ ਕਿ ਉਹ ਹੜੱਪਾ ਪਾਕਿਸਤਾਨ ਵਿੱਚ ਰਹਿ ਗਿਆ, ਅਸੀਂ ਪਾਕਿਸਤਾਨ ਵਿੱਚ ਉੱਥੇ ਜਾ ਨਹੀਂ ਸਕਦੇ, ਜਾਂ ਜਾਣ ਵਾਸਤੇ ਬਹੁਤ ਸਾਰੀਆਂ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ। ਇਸ ਕਰਕੇ ਅਸੀਂ ਹੜੱਪਾ ਨੂੰ ਬੇਗਾਨਾ ਸਮਝ ਬੈਠੇ ਹਾਂ। ਸਾਨੂੰ ਪਤਾ ਹੀ ਨਹੀਂ ਕਿ ਹੜੱਪਾ ਤਾਂ ਸਾਡੇ ਇੰਨਾ ਨੇੜੇ ਹੈ। ਅਤੇ ਜਿਹੜੀ ਹੜੱਪਾ ਦੀ ਸੱਭਿਅਤਾ ਪੰਜਾਬ ਤੋਂ ਹਰਿਆਣਾ ਤੱਕ, ਪਾਕਿਸਤਾਨੀ ਪੰਜਾਬ ਤੱਕ, ਪਾਕਿਸਤਾਨ ਦੇ ਸਿੰਧ ਸੂਬੇ ਤੱਕ, ਗੁਜਰਾਤ ਤੱਕ ਫੈਲੀ ਹੋਈ ਸੀ, ਜਿਹੜੀ ਸੱਭਿਅਤਾ ਇੰਨੇ ਸੈਂਕੜੇ ਕਿਲੋਮੀਟਰ ਦੂਰ ਤੱਕ ਫੈਲੀ ਹੋਈ ਸੀ, ਕੁਝ ਹਜ਼ਾਰ ਕਿਲੋਮੀਟਰਾਂ ਤੱਕ ਵੀ ਫੈਲੀ ਹੋਈ ਸੀ, ਕੀ ਉਹ ਸੱਭਿਅਤਾ ਹੜੱਪਾ ਤੋਂ ਲੈ ਕੇ ਮੇਰੇ ਪਿੰਡ ਤੱਕ ਨਹੀਂ ਫੈਲੀ ਹੋਏਗੀ?
ਤੁਸੀਂ ਕਦੇ ਕੋਈ ਪੁਰਾਣੀ ਇਮਾਰਤ ਵੇਖਿਓ, ਕੋਈ ਪੁਰਾਣਾ ਪੁਲ ਵੇਖਿਓ, ਉਹਦੇ ਕੋਲ ਖੜ ਕੇ ਮਹਿਸੂਸ ਕਰਿਓ ਕਿ ਇਹ ਇਮਾਰਤ ਜਾਂ ਇਹ ਪੁਲ ਜਾਂ ਜਿਹੜੀ ਵੀ ਉਹ ਚੀਜ਼ ਹੈ ਉਹ ਕਿੰਨੇ ਸਾਲ ਪੁਰਾਣੀ ਹੈ, ਉਹਨੇ ਇਤਿਹਾਸ ਦਾ ਕਿਹੜਾ ਕਿਹੜਾ ਸਮਾਂ ਵੇਖਿਆ ਹੋਏਗਾ। ਜਿਵੇਂ ਕਿ ਮੈਂ ਇੱਕ ਪੁਲ ਦੀ ਫੋਟੋ ਦੇਖੀ, ਉਹ ਪੁਲ ਮੁਗਲਾਂ ਵੇਲੇ ਦਾ, ਨਕੋਦਰ ਦੇ ਕੋਲ ਕੋਈ ਪੁਲ ਹੈ, ਮੈਂ ਉਸ ਦੀ ਫੋਟੋ ਵੇਖੀ ਤਾਂ ਮੈਂ ਸੋਚਿਆ ਕਿ ਇਸ ਪੁਲ ਨੇ ਕੀ ਵੇਖਿਆ ਹੋਏਗਾ। ਮੁਗਲਿਆ ਸ਼ਾਨ, ਚਾਰੇ ਪਾਸੇ ਮੁਗਲਾਂ ਦੀਆਂ ਫੌਜਾਂ, ਦਬਦਬਾ ਪੂਰਾ, ਸ਼ਹਿਨਸ਼ਾਹ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਹੋਣਾ। ਫਿਰ ਉਸ ਤੋਂ ਬਾਅਦ ਜਾ ਕੇ ਉਹਨੇ ਸਿੱਖਾਂ ਵਾਲਾ ਦੌਰ ਵੇਖਿਆ ਹੋਏਗਾ, ਸਿੱਖ ਰਾਜ ਦਾ, ਖਾਲਸਾ ਰਾਜ ਦਾ ਦੌਰ ਵੇਖਿਆ ਹੋਏਗਾ, ਤੇ ਫਿਰ ਉਸਨੇ ਅੰਗਰੇਜ਼ਾਂ ਦਾ ਦੌਰ ਵੇਖਿਆ ਹੋਏਗਾ, ਗੋਰੀ ਚਮੜੀ ਵਾਲਿਆਂ ਨੇ ਆ ਕੇ ਇਸ ਪੂਰੀ ਧਰਤੀ ਨੂੰ ਗੁਲਾਮ ਬਣਾਇਆ, ਉਹ ਦੌਰ ਵੀ ਉਹਨੇ ਵੇਖਿਆ ਹੋਏਗਾ। ਉਹਨੇ ਬੱਬਰ ਅਕਾਲੀਆਂ ਦਾ ਦੌਰ ਵੇਖਿਆ ਹੋਏਗਾ। ਉਸ ਪੁਲ ਨੇ, ਉਸ ਇਮਾਰਤ ਨੇ ਕਿੰਨਾ ਕੁਝ ਵੇਖਿਆ ਹੋਏਗਾ। ਇਤਿਹਾਸ ਦਾ ਉਹ ਸਮਾਂ ਜਿਹਦੇ ਵਿੱਚ ਸਾਡੇ ਨਾਇਕ, ਸਾਡੇ ਇਤਿਹਾਸ ਦੇ ਪਾਤਰ ਉਸ ਪੁਲ ਦੇ ਕੋਲੋਂ, ਉਸ ਇਮਾਰਤ ਦੇ ਕੋਲੋਂ ਲੰਘਦੇ ਰਹੇ, ਉੱਥੇ ਆ ਕੇ ਰਹਿੰਦੇ ਰਹੇ। ਕਿਸੇ ਨੇ ਉੱਥੇ ਆਰਾਮ ਕੀਤਾ ਹੋਏਗਾ, ਕੋਈ ਉੱਥੇ ਰੁੱਖ ਦੀ ਛਾਵੇਂ ਸੁੱਤਾ ਹੋਏਗਾ, ਕਿਸੇ ਨੇ ਉੱਥੇ ਆਪਣਾ ਘੋੜਾ ਬੰਨ੍ਹਿਆ ਹੋਏਗਾ, ਕੋਈ ਉੱਥੇ ਦਰਿਆ ਵਿੱਚ ਨਹਾਇਆ ਹੋਏਗਾ। ਤਾਂ ਉਸ ਇਤਿਹਾਸ ਨਾਲ ਸਾਨੂੰ ਪਿਆਰ ਕਿਉਂ ਨਾ ਹੋਏਗਾ ਜੇਕਰ ਅਸੀਂ ਉਹਨੂੰ ਆਪਣਾ ਸਮਝ ਕੇ ਦੇਖੀਏ ਕਿ ਜੋ ਕੁਝ ਮੈਂ ਸਿਰਫ ਪੜ੍ਹਿਆ ਹੈ, ਇਸ ਇਮਾਰਤ ਨੇ ਉਹ ਸਾਰਾ ਕੁਝ ਵੇਖਿਆ, ਇਹਨੇ ਉਹ ਸਾਰਾ ਕੁਝ ਹੰਢਾਇਆ। ਤਾਂ ਸਾਨੂੰ ਉਸ ਇਮਾਰਤ ਨਾਲ ਪਿਆਰ ਕਿਉਂ ਨਹੀਂ ਹੋਏਗਾ, ਇਤਿਹਾਸ ਨਾਲ ਪਿਆਰ ਕਿਉਂ ਨਹੀਂ ਹੋਏਗਾ। ਇਤਿਹਾਸ ਸਾਨੂੰ ਇਹ ਵੀ ਸਿਖਾਉਂਦਾ ਕਿ ਇਨਸਾਨ ਦੀਆਂ ਕਿਹੜੀਆਂ ਗਲਤੀਆਂ ਕਾਰਨ ਉਹਨੇ ਕੀ ਸੰਤਾਪ ਝੱਲੇ, ਤੇ ਕਿਹੜੀਆਂ ਸਿਆਣਪਾਂ ਕਾਰਨ ਉਹਨੂੰ ਕੀ ਫਾਇਦਾ ਹੋਇਆ। ਪਲਾਸੀ ਦੀ ਲੜਾਈ ਆਪਾਂ ਅਕਸਰ ਪੜ੍ਹਦੇ ਹਾਂ, 1757 ਵਿੱਚ ਭਾਰਤ ਵਿੱਚ ਪਲਾਸੀ ਦੀ ਲੜਾਈ ਹੁੰਦੀ ਹੈ ਔਰ ਅੰਗਰੇਜ਼ ਪਹਿਲੀ ਵਾਰੀ ਭਾਰਤੀਆਂ ਨੂੰ ਹਰਾ ਦਿੰਦੇ ਆ। ਉਸ ਲੜਾਈ ਵਿੱਚ ਕੀ ਸੀ, ਸਿਰਫ 3000 ਅੰਗਰੇਜ਼ ਫੌਜੀ, ਉਹਨਾਂ 3000 ਵਿੱਚੋਂ ਅੰਗਰੇਜ਼ ਗੋਰੀ ਚਮੜੀ ਵਾਲੇ ਤਾਂ ਸਿਰਫ 700 ਸੀਗੇ, ਬਾਕੀ ਸਾਰੇ ਭਾਰਤੀ ਸੀ। ਤੇ ਦੂਜੇ ਪਾਸੇ ਸਰਾਜੂਦੌਲਾ ਦੀ ਫੌਜ ਵਿੱਚ ਘੱਟੋ ਘੱਟ 60000 ਭਾਰਤੀ ਫੌਜੀ, ਪਰ 60000 ਨੂੰ 3000 ਨੇ ਹਰਾ ਦਿੱਤਾ। ਕਿਉਂ? ਕਿਉਂਕਿ ਉਸ 60000 ਵਿੱਚੋਂ 50000 ਮੀਰ ਜਾਫਰ ਦੇ ਅੰਡਰ ਗਦਾਰੀ ਕਰਕੇ ਅੰਗਰੇਜ਼ਾਂ ਨਾਲ ਜਾ ਮਿਲੇ। ਤਾਂ ਇਹ ਇਤਿਹਾਸ ਦੀ ਉਹ ਲੜਾਈ ਹੋ ਨਿਬੜੀ ਜਿਹਨੇ ਇਤਿਹਾਸ ਦਾ ਪਾਸਾ ਪਲਟ ਦਿੱਤਾ। ਭਾਰਤ ਵਰਗੇ ਇੰਨੇ ਵੱਡੇ ਦੇਸ਼ ਉੱਤੇ ਇੱਕ ਛੋਟੇ ਜਿਹੇ ਦੇਸ਼ ਦਾ 200 ਸਾਲਾਂ ਲਈ ਕਬਜ਼ਾ ਹੋ ਗਿਆ। ਲਮਹੋਂ ਨੇ ਖਤਾ ਕੀ ਥੀ, ਸਦੀਆਂ ਨੇ ਸਜ਼ਾ ਪਾਈ। ਪੰਜਾਬ ਨਾਲ ਵੀ ਇਦਾਂ ਹੀ ਵਾਪਰਿਆ। ਜਦੋਂ ਐਂਗਲੋ ਸਿੱਖ ਵਾਰਸ ਹੋਈਆਂ, ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਹੋਈਆਂ, ਤਾਂ ਸਿੱਖ ਫੌਜ ਦੀ ਕਮੀ ਕੀ ਰਹਿ ਗਈ? ਏਸ਼ੀਆ ਦੀ ਸਭ ਤੋਂ ਕਾਬਲ ਫੌਜ ਅੰਗਰੇਜ਼ਾਂ ਤੋਂ ਕਿਉਂ ਹਾਰ ਗਈ? ਕਿਉਂਕਿ ਉਸ ਫੌਜ ਨੂੰ ਅਗਵਾਈ ਕਰਨ ਵਾਲਾ ਕੋਈ ਰਹਿ ਨਹੀਂ ਸੀ ਗਿਆ, ਤੇ ਉਹ ਫੌਜ ਆਪ ਮੁਹਾਰੀ ਹੋ ਗਈ ਸੀ। ਉਸ ਫੌਜ ਦੇ ਵਿੱਚ ਗਦਾਰ ਪੈਦਾ ਹੋ ਗਏ ਸੀ, ਤੇ ਉਹਨਾਂ ਗਦਾਰਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਵਰਗੀ ਇੱਕ ਬਹਾਦਰ ਕੌਮ ਨੂੰ ਅੰਗਰੇਜ਼ਾਂ ਦੇ ਸਾਹਮਣੇ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਅਸੀਂ ਆਪਣੇ ਨਾਲ ਜੋੜ ਕੇ ਕਿ ਸਾਡੀ ਧਰਤੀ ਦਾ ਇਤਿਹਾਸ ਹੈ, ਉਹ ਸਾਡੇ ਵੱਡ ਵਡੇਰੇ ਸੀ ਜਿਹੜੇ ਉਹਨਾਂ ਲੜਾਈਆਂ ਵਿੱਚ ਲੜਦੇ ਰਹੇ। ਜੇਕਰ ਅਸੀਂ ਇਹਨੂੰ ਆਪਣਾ ਸਮਝ ਕੇ ਪੜ੍ਹਾਂਗੇ, ਆਪਣੀ ਗੱਲ ਸਮਝ ਕੇ ਪੜ੍ਹਾਂਗੇ, ਤਾਂ ਸਾਨੂੰ ਇਤਿਹਾਸ ਚੰਗਾ ਲੱਗੇ। ਪਰ ਜੇ ਅਸੀਂ ਕਿਸੇ ਹੋਰ ਦਾ ਸਮਝ ਕੇ ਪੜ੍ਹਾਂਗੇ, ਸਾਨੂੰ ਚੰਗਾ ਨਹੀਂ ਲੱਗਣਾ, ਸਾਨੂੰ ਬਕਬਕਾ ਲੱਗਣਾ। ਇਤਿਹਾਸ ਹੀ ਹੈ ਜਿਹਨੂੰ ਪੜ੍ਹ ਕੇ ਤੁਹਾਨੂੰ ਆਪਣੇ ਆਪ ਨੂੰ ਮਿਲੇ ਹੋਏ ਹੱਕਾਂ ਦੀ ਅਹਿਮੀਅਤ ਪਤਾ ਲੱਗਦੀ ਹੈ। ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਹੱਕ ਸਾਨੂੰ ਕਿੰਨੀ ਮਿਹਨਤ ਨਾਲ ਮਿਲੇ ਸੀ, ਸਾਡੇ ਵੱਡ ਵਡੇਰਿਆਂ ਨੇ ਇਹ ਹੱਕ ਕਿਵੇਂ ਪ੍ਰਾਪਤ ਕੀਤੇ ਹੋਣਗੇ, ਕਿੰਨਾ ਸੰਘਰਸ਼ ਲੜਿਆ ਹੋਏਗਾ, ਕਿੰਨੀ ਜਦੋਜਹਿਦ ਕੀਤੀ ਹੋਏਗੀ, ਤੇ ਸਾਨੂੰ ਬੈਠੇ ਬਿਠਾਇਆਂ ਨੂੰ ਉਹ ਹੱਕ ਮਿਲ ਗਏ। ਤੇ ਜੇਕਰ ਅਸੀਂ ਇਤਿਹਾਸ ਪੜ੍ਹਾਂਗੇ, ਸਾਨੂੰ ਉਸ ਜਦੋਜਹਿਦ ਦਾ ਪਤਾ ਹੋਏਗਾ, ਸਾਨੂੰ ਪਤਾ ਹੋਏਗਾ ਕਿ ਕਿੰਨੀ ਮਿਹਨਤ ਨਾਲ ਇਹ ਹੱਕ ਮਿਲੇ ਹੈ, ਤਾਂ ਅਸੀਂ ਉਹਨਾਂ ਦੀ ਕਦਰ ਕਰਾਂਗੇ। ਤੇ ਜਿਹੜੀ ਚੀਜ਼ ਸਾਨੂੰ ਮੁਫਤ ਵਿੱਚ ਮਿਲ ਜਾਵੇ, ਅਸੀਂ ਆਮ ਤੌਰ ਤੇ ਉਹਦੀ ਕਦਰ ਨਹੀਂ ਕਰਦੇ। ਸਾਨੂੰ ਪਤਾ ਲੱਗਣਾ ਚਾਹੀਦਾ ਕਿ ਇਸ ਚੀਜ਼ ਦੀ ਕਿੰਨੀ ਵੈਲਿਊ ਹੈ। ਇਤਿਹਾਸ ਪੜ੍ਹ ਕੇ ਤੁਹਾਨੂੰ ਪਤਾ ਲੱਗੇਗਾ ਕਿ ਕੁਦਰਤ ਨਾਲ ਖਿਲਵਾੜ ਕਰਨ ਦਾ ਕਿੰਨਾ ਮਾੜਾ ਨਤੀਜਾ ਨਿਕਲਦਾ, ਕਿ ਜਦੋਂ ਇਨਸਾਨ ਕੁਦਰਤ ਨਾਲ ਖਿਲਵਾੜ ਕਰਦਾ ਤਾਂ ਕੁਦਰਤ ਕਿਵੇਂ ਉਹਦਾ ਬਦਲਾ ਲੈਂਦੀ ਹੈ। ਇਤਿਹਾਸ ਪੜ੍ਹ ਕੇ ਤੁਹਾਨੂੰ ਪਤਾ ਲੱਗੇਗਾ। ਜੇਕਰ ਤੁਸੀਂ ਇਤਿਹਾਸ ਪੜ੍ਹੋਗੇ ਤਾਂ ਤੁਸੀਂ ਕੁਦਰਤ ਨਾਲ ਖਿਲਵਾੜ ਨਹੀਂ ਕਰ ਸਕੋਗੇ, ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਇਹਦਾ ਦੇਣਾ ਸਾਨੂੰ ਦੇਣਾ ਪੈਣਾ। ਇਨਸਾਨੀ ਜ਼ਿੰਦਗੀ ਵਿੱਚ ਇੱਕ ਸੰਜਮ ਇਤਿਹਾਸ ਨਾਲ ਹੀ ਆਉਂਦਾ ਹੈ। ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ, ਕਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਹੁਕਮ ਬਿਨਾਂ ਪੱਤਾ ਨਹੀਂ ਸੀ ਹਿਲਦਾ, ਪੂਰੀ ਧਰਤੀ ਦੇ ਮਾਲਕ ਸਮਝਦੇ ਸੀ ਆਪਣੇ ਆਪ ਨੂੰ, ਤੇ ਜਦੋਂ ਅਸੀਂ ਉਹਨਾਂ ਬਾਰੇ ਪੜ੍ਹਦੇ ਹਾਂ, 4-5 ਲਾਈਨਾਂ ਵਿੱਚ ਖਤਮ ਕਰ ਦਿੰਦੇ ਹਾਂ, 2-4 ਪੈਰਿਆਂ 'ਚ ਖਤਮ ਕਰ ਦਿੰਦੇ ਹਾਂ। ਕਿਸੇ ਵੱਡੇ ਤੋਂ ਵੱਡੇ ਰਾਜੇ ਬਾਰੇ 2-4 ਸਫ਼ਿਆਂ ਵਿੱਚ ਗੱਲ ਖਤਮ ਕਰ ਦਿੰਦੇ ਹਾਂ, ਤੇ ਉਹ ਰਾਜਾ ਜਿਹੜਾ ਆਪਣੇ ਆਪ ਨੂੰ ਪੂਰੀ ਲੋਕਾਈ ਦਾ ਮਾਲਕ ਸਮਝਦਾ ਸੀ, ਅਸੀਂ ਉਹਨੂੰ ਤੁੱਛ ਸਮਝਦੇ ਹਾਂ, 2-4 ਲਾਈਨਾਂ 'ਚ ਉਹਦਾ ਕੰਮ ਨਿਬੇੜ ਦਿੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਡੀ ਜ਼ਿੰਦਗੀ ਵਿੱਚ ਇੱਕ ਸਹਿਜਤਾ ਆਉਂਦੀ ਹੈ, ਸਾਨੂੰ ਸਮਝ ਆਉਂਦੀ ਹੈ ਕਿ ਬਿਲਕੁਲ ਅੰਨ੍ਹੇਵਾਹ ਅੱਗਾ ਦੌੜ ਪਿੱਛਾ ਚੌੜ ਨਹੀਂ ਕਰਨਾ ਚਾਹੀਦਾ। ਇਹ ਚੀਜ਼ਾਂ ਸਾਨੂੰ ਸੰਜਮ ਦਿੰਦੀਆਂ, ਸੰਤੁਸ਼ਟੀ ਦਿੰਦੀਆਂ ਕਿ ਸਿਰਫ ਜਿੱਤਾਂ ਹੀ ਪ੍ਰਾਪਤ ਨਹੀਂ ਕਰਨੀਆਂ, ਜ਼ਿੰਦਗੀ ਵਿੱਚ ਸੰਜਮ ਤੇ ਸਹਿਜਤਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ।
ਇਤਿਹਾਸ ਦੀ ਕਿਤਾਬ ਪੜ੍ਹ ਕੇ ਤੁਸੀਂ ਜ਼ੁਰਮ ਨੂੰ ਖਤਮ ਤਾਂ ਨਹੀਂ ਕਰ ਸਕਦੇ, ਪਰ ਉਹ ਜ਼ੁਰਮ ਪੈਦਾ ਕਿਉਂ ਹੋਇਆ, ਉਹਦੇ ਪਿੱਛੇ ਕੀ ਕੀ ਕਾਰਨ ਰਹੇ ਸੀ, ਇਹ ਸਾਨੂੰ ਇਤਿਹਾਸ ਪੜ੍ਹ ਕੇ ਪਤਾ ਲੱਗੇਗਾ। ਤੇ ਜਦੋਂ ਅਸੀਂ ਉਸ ਦੇ ਕਾਰਨਾਂ ਨੂੰ ਸਮਝ ਲਵਾਂਗੇ ਤਾਂ ਅਸੀਂ ਉਹਨੂੰ ਖਤਮ ਕਰਨ ਵਾਸਤੇ ਕੋਈ ਨਵੇਂ ਹੱਲ, ਕੋਈ ਬਿਹਤਰ ਹੱਲ ਸੁਝਾ ਸਕਾਂਗੇ। ਜੇ ਤੁਸੀਂ ਸਾਇੰਸ ਦੇ ਸਟੂਡੈਂਟ ਹੋ ਤਾਂ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਮੈਂ ਇਤਿਹਾਸ ਕਿਉਂ ਪੜ੍ਹਾਂ, ਵਾਈ ਸ਼ੁੱਡ ਆਈ ਰੀਡ ਹਿਸਟਰੀ। ਪਰ ਨਹੀਂ, ਸਾਇੰਸ ਵੀ ਇਤਿਹਾਸ ਵਿੱਚੋਂ ਹੀ ਨਿਕਲੀ ਹੈ। ਸਾਇੰਸ ਦਾ ਇੱਕ ਆਪਣਾ ਇਤਿਹਾਸ ਹੈ। ਜਿੰਨੇ ਵੀ ਸਾਇੰਸਦਾਨਾਂ ਨੇ, ਜਿੰਨੇ ਵੱਡੇ ਵੱਡੇ ਵਿਗਿਆਨੀਆਂ ਨੇ ਵੱਡੀਆਂ ਵੱਡੀਆਂ ਖੋਜਾਂ ਕੀਤੀਆਂ, ਐਵੇਂ ਨਹੀਂ ਕਰ ਲਈਆਂ। ਪੁਰਾਣੀਆਂ ਖੋਜਾਂ ਦਾ ਇਤਿਹਾਸ ਪੜ੍ਹਿਆ, ਪੁਰਾਣੇ ਵਿਗਿਆਨੀਆਂ ਦਾ ਇਤਿਹਾਸ ਪੜ੍ਹਿਆ ਕਿ ਉਹ ਕੀ ਕਰਦੇ ਰਹੇ, ਕੀ ਮੁਸ਼ਕਲਾਂ ਆਈਆਂ, ਕਿਵੇਂ ਕਿਵੇਂ ਕਰਨਾ ਚਾਹੀਦਾ, ਕਿੱਥੇ ਕਿੱਥੇ ਸਹੀ ਹੈ, ਕਿੱਥੇ ਕਿੱਥੇ ਗਲਤ ਹੈ। ਸਾਰਾ ਪੁਰਾਣਾ ਇਤਿਹਾਸ ਪੜ੍ਹਿਆ ਤਾਂ ਹੀ ਜਾ ਕੇ ਨਵੀਆਂ ਖੋਜਾਂ ਕੀਤੀਆਂ। ਪੁਰਾਣਾ ਪੜ੍ਹੇ ਬਿਨਾਂ ਤੁਸੀਂ ਨਵਾਂ ਨਹੀਂ ਸਿਰਜ ਸਕਦੇ। ਤਾਂ ਸਾਇੰਸ ਵਾਲਿਆਂ ਨੂੰ ਵੀ ਇਤਿਹਾਸ ਪੜ੍ਹਨ ਦੀ ਲੋੜ ਹੈ, ਕਿਉਂਕਿ ਇਤਿਹਾਸ ਤੁਹਾਨੂੰ ਇਸ ਧਰਤੀ ਨਾਲ, ਇਸ ਦੁਨੀਆ ਨਾਲ, ਆਪਣੇ ਦੇਸ਼ ਨਾਲ, ਆਪਣੇ ਸ਼ਹਿਰ ਨਾਲ, ਆਪਣੇ ਪਿੰਡ ਨਾਲ, ਆਪਣੇ ਘਰ ਨਾਲ ਪਿਆਰ ਕਰਨਾ ਸਿਖਾਉਂਦਾ ਹੈ। ਇਤਿਹਾਸ ਤੁਹਾਨੂੰ ਦੱਸਦਾ ਕਿ ਇੱਥੇ ਪਹਿਲਾਂ ਕੀ ਹੁੰਦਾ ਰਿਹਾ, ਹੁਣ ਕੀ ਹੋ ਰਿਹਾ, ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਹੈ, ਇਹ ਵੀ ਤੁਹਾਨੂੰ ਇਤਿਹਾਸ ਦੱਸਦਾ। ਤਾਂ ਤੁਸੀਂ ਫਿਊਚਰ ਪਲਾਨਸ ਬਣਾ ਸਕਦੇ ਹੋ। ਆਉਣ ਵਾਲੇ ਭਵਿੱਖ ਵਿੱਚ ਤੁਸੀਂ ਕੀ ਕਰਨਾ, ਕੀ ਹੋ ਸਕਦਾ ਹੈ, ਉਹਦੇ ਤੋਂ ਕਿਵੇਂ ਬਚਣਾ ਹੈ, ਇਹ ਸਾਰਾ ਕੁਝ ਸਾਨੂੰ ਕੌਣ ਦੱਸਦਾ? ਇਤਿਹਾਸ ਦੱਸਦਾ। ਜਦੋਂ ਕਰੋਨਾ ਵਾਇਰਸ ਫੈਲਦਾ ਤਾਂ ਤੁਸੀਂ ਇਸ ਤੋਂ ਬੁਰੀ ਤਰ੍ਹਾਂ ਘਬਰਾਉਂਦੇ ਹੋ। ਫਿਰ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਹੋ ਕਿ ਇਹੋ ਜਿਹੀਆਂ ਮਹਾਂਮਾਰੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਉਹ ਕਿਉਂ ਆਉਂਦੀਆਂ ਰਹੀਆਂ, ਕੀ ਕਾਰਨ ਸੀ। ਉਸੇ ਤਰ੍ਹਾਂ ਕਰੋਨਾ ਦੇ ਵੀ ਕੀ ਕਾਰਨ ਹੈ, ਸਾਨੂੰ ਉਹ ਕਾਰਨ ਸਮਝਣੇ ਪੈਣਗੇ ਤਾਂ ਕਿ ਅਸੀਂ ਉਹਨਾਂ ਕਾਰਨਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਸਕੀਏ, ਅਸੀਂ ਅੱਗੇ ਤੋਂ ਇਹਨਾਂ ਬਿਮਾਰੀਆਂ ਤੋਂ ਬਚ ਸਕੀਏ, ਅਸੀਂ ਆਪਣੇ ਆਪ ਨੂੰ ਬਚਾ ਸਕੀਏ। ਤੇ ਸਾਨੂੰ ਇੱਕ ਹੌਸਲਾ ਵੀ ਮਿਲਦਾ ਹੈ ਕਿ ਜੇਕਰ ਪੁਰਾਣੀਆਂ ਮਹਾਂਮਾਰੀਆਂ ਖਤਮ ਹੋ ਗਈਆਂ ਸੀ, ਖਤਮ ਇੱਕ ਦਿਨ ਇਹ ਵੀ ਹੋ ਜਾਣੀ ਹੈ, ਪਰ ਇਨਸਾਨੀ ਸੂਝ ਦੀ ਲੋੜ ਹੈ। ਅਸੀਂ ਬਚ ਕੇ ਰਹੀਏ, ਆਪਣਾ ਧਿਆਨ ਰੱਖੀਏ, ਬਾਕੀਆਂ ਦਾ ਵੀ ਧਿਆਨ ਰੱਖੀਏ। ਇਹ ਸਾਨੂੰ ਕੌਣ ਸਿਖਾਉਂਦਾ? ਇਤਿਹਾਸ। ਇਸ ਲਈ ਅੱਜ ਤੋਂ ਬਾਅਦ ਅਸੀਂ ਕਦੇ ਇਹ ਨਹੀਂ ਕਹਿਣਾ ਕਿ ਮੈਂ ਇਤਿਹਾਸ ਕਿਉਂ ਪੜ੍ਹਾਂ, ਮੇਰੇ ਲਈ ਤਾਂ ਇਹਦੀ ਕੋਈ ਲੋੜ ਹੀ ਨਹੀਂ ਹੈ। ਨਹੀਂ, ਸਾਡੇ ਸਾਰਿਆਂ ਲਈ ਇਤਿਹਾਸ ਦੀ ਬਹੁਤ ਜ਼ਿਆਦਾ ਲੋੜ ਹੈ। ਸਾਨੂੰ ਇਹ ਪੜ੍ਹਨਾ ਚਾਹੀਦਾ ਕਿਉਂਕਿ ਇਹ ਸਾਨੂੰ ਜ਼ਿੰਦਗੀ ਦੀ ਜਾਂਚ ਸਿਖਾਉਂਦਾ ਹੈ। ਸਾਨੂੰ ਦੱਸਦਾ ਕਿ ਇੱਕ ਵਧੀਆ ਇਨਸਾਨ ਕਿਵੇਂ ਬਣਿਆ ਜਾ ਸਕਦਾ, ਇੱਕ ਚੰਗੀ, ਸੰਤੁਸ਼ਟੀ ਵਾਲੀ, ਅਮੀਰੀ ਵਾਲੀ, ਦਿਲ ਦੀ ਅਮੀਰੀ ਵਾਲੀ ਜ਼ਿੰਦਗੀ ਕਿਵੇਂ ਜਿਉਣੀ ਜਾ ਸਕਦੀ ਹੈ, ਸਾਨੂੰ ਇਤਿਹਾਸ ਦੱਸਦਾ। ਹਾਂਜੀ ਦੋਸਤੋ, ਤਾਂ ਇਹ ਸਾਡੀ ਅੱਜ ਦੀ ਵੀਡੀਓ ਸੀ ਜਿਹਦੇ ਵਿੱਚ ਅਸੀਂ ਇਹ ਦੇਖਿਆ ਕਿ ਇਤਿਹਾਸ ਕਿਉਂ ਪੜ੍ਹੀਏ। ਜਿਹੜੀਆਂ ਸਾਡੀਆਂ ਇਸ ਤੋਂ ਅਗਲੀਆਂ ਵੀਡੀਓਜ਼ ਹੋਣਗੀਆਂ ਉਹਨਾਂ 'ਚ ਅਸੀਂ ਇਹ ਦੇਖਾਂਗੇ ਕਿ ਇਤਿਹਾਸ ਕਿਵੇਂ ਪੜ੍ਹੀਏ ਕਿ ਸਾਨੂੰ ਉਹਦੇ ਨਾਲ ਮੋਹ ਹੋ ਜਾਵੇ, ਪਿਆਰ ਹੋ ਜਾਵੇ, ਸਾਨੂੰ ਉਹ ਆਪਣਾ ਇਤਿਹਾਸ ਲੱਗੇ, ਆਪਣੀ ਧਰਤੀ ਦਾ ਇਤਿਹਾਸ ਲੱਗੇ। ਤਾਂ ਸਾਡੀਆਂ ਆਉਣ ਵਾਲੀਆਂ 1-2 ਵੀਡੀਓਜ਼ ਇਸ ਵਿਸ਼ੇ ਤੇ ਹੋਣਗੀਆਂ ਕਿ ਇਤਿਹਾਸ ਕਿਵੇਂ ਪੜ੍ਹੀਏ।